ਸਤਿ ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਦੇ ਇਸ ਬੁਲੇਟਿਨ ਵਿੱਚ ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਹਰ ਸੂਬੇ ਦੇ ਵਿੱਚ ਆਖਿਰ ਕਿੰਨੇ ਰਹਿ ਗਏ ਨੇ ਇਸ ਸਮੇਂ ਐਕਟਿਵ ਕੋਰੋਨਾ ਵਾਇਰਸ ਦੇ ਕੇਸ। ਕੈਨੇਡਾ ਸਰਕਾਰ ਜਲਦ ਲਿਆ ਰਹੀ ਹੈ ਆਰਜ਼ੀ ਤੌਰ ਤੇ ਰਿਫਿਊਜੀਆਂ ਨੂੰ ਪੱਕੇ ਕਰਨ ਦਾ ਪ੍ਰੋਗਰਾਮ। ਕੋਵਿਡ-19 ਦੌਰਾਨ ਸਿਹਤ ਵਿਭਾਗ ਦੇ ਨਾਲ ਕੰਮ ਕਰ ਰਹੇ ਰਿਫਿਊਜੀਆਂ ਨੂੰ ਮਿਲ ਸਕਦਾ ਹੈ ਪੱਕੇ ਹੋਣ ਦਾ ਮੌਕਾ। ਪਰਿਵਾਰਕ ਮੈਂਬਰਾਂ ਦੇ ਕੈਨੇਡਾ ਆਉਣ ਤੇ ਕੈਨੇਡਾ ਬਾਰਡਰ ਸਰਵਿਸਿਜ਼ ਵੱਲੋਂ ਦਿੱਤੀ ਗਈ ਹੋਰ ਜਾਣਕਾਰੀ। ਕਿਹਾ 15 ਦਿਨ ਤੋਂ ਘੱਟ ਸਮੇਂ ਲਈ ਨਹੀਂ ਮਿਲੇਗੀ ਐਂਟਰੀ। ਕੁਝ ਫੀਸਦ ਡਿਸੇਬਲ ਕੈਨੇਡੀਅਨਸ ਨੂੰ ਹੀ ਮਦਦ ਦਿੱਤੇ ਜਾਣ ਦੇ ਐਲਾਨ ਤੇ ਜਗਮੀਤ ਸਿੰਘ ਨੇ ਅੱਜ ਪਾਰਲੀਮੈਂਟ ਵਿੱਚ ਕੀਤੇ ਸਵਾਲ। ਦੱਸਾਂਗੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਕੀ ਦਿੱਤਾ ਜਵਾਬ। CRA ਕੋਲ ਸਰਕਾਰੀ ਮਦਦ ਦੀ ਗਲਤ ਵਰਤੋਂ ਕਰਨ ਵਾਲਿਆਂ ਖਿਲਾਫ ਪਹੁੰਚੀਆਂ 1300 ਸ਼ਿਕਾਇਤਾਂ। ਅੱਜ ਤਾਜ਼ਾ ਜਾਣਕਾਰੀ ਜਾਰੀ। ਕੈਨੇਡਾ ਦੇ ਹਰ ਬਿਜ਼ਨਸ ਨੂੰ ਜਸਟਿਨ ਟਰੂਡੋ ਨੇ ਵਾਅਦਾ ਕਰਨ ਦੇ ਲਈ ਕਿਹਾ। ਦੱਸਾਂਗੇ ਕਿਵੇਂ ਤੁਸੀਂ ਕਰ ਸਕਦੇ ਹੋ ਕੈਨੇਡੀਅਨਸ ਦੇ ਨਾਲ 5 ਵਾਅਦੇ। ਐਲਬਰਟਾ ਸਰਕਾਰ ਮੁਫਤ ਵਿੱਚ ਵੰਡ ਰਹੀ ਹੈ ਫੇਸ ਮਾਸਕ ਤਾਂ ਕਈ ਥਾਵਾਂ ਦੇ ਉੱਤੇ ਡਰਾਈਵ ਥਰੂ ਫੂਡ ਲੈਣ ਮੌਕੇ ਲੋਕਾਂ ਨੂੰ ਕਈ ਦਰਜਨਾਂ ਦੀ ਗਿਣਤੀ 'ਚ ਮਿਲ ਰਹੇ ਨੇ ਮਾਸਕ। ਤਾਂ ਸੋਸ਼ਲ ਮੀਡੀਆ ਦੇ ਉੱਤੇ ਉੱਠੇ ਕਈ ਸਵਾਲ। ਦੱਸਾਂਗੇ ਕੀ ਬਣਿਆ ਮੁੱਦਾ। ਵਿਕਟੋਰੀਆ 'ਚ ਚਾਈਨੀਜ਼ ਸਕੂਲ ਦੇ ਬਾਹਰ ਲਿਖੀ ਗਈ ਸੀ ਨਸਲੀ ਟਿੱਪਣੀ। ਦੱਸਾਂਗੇ ਕਿਵੇਂ ਸਕੂਲ ਨੇ ਪਿਆਰ ਭਰੇ ਸੰਦੇਸ਼ ਦਿੰਦੇ ਹੋਏ ਦਿੱਤਾ ਜਵਾਬ। ਓਨਟਾਰੀਓ ਦੇ ਲੰਡਨ ਵਿੱਚ ਕੱਲ 2 ਵਾਰ ਆਇਆ ਚੱਕਰਵਰਤੀ ਤੂਫਾਨ। ਤਸਵੀਰਾਂ 'ਚ ਦਿਖਾਵਾਂਗੇ ਕਿੰਨਾ ਹੋਇਆ ਨੁਕਸਾਨ। ਇਸ ਤਰ੍ਹਾਂ ਨਾਲ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਅੱਜ ਜੋ ਤੁਹਾਨੂੰ ਅਸੀਂ ਕੈਨੇਡਾ ਭਰ ਤੋਂ ਕੋਰੋਨਾ ਵਾਇਰਸ ਦੇ ਅੰਕੜੇ ਦਿਖਾਉਣੇ ਨੇ ਉਹ ਵੱਖਰੇ ਨੇ, ਇਸ ਕਰਕੇ ਕਿਉਂਕਿ ਅੱਜ ਤੁਹਾਨੂੰ ਇਹ ਨਹੀਂ ਦਿਖਾਉਣਾ ਸੀ ਕਿ ਇੰਨੇ ਮਹੀਨਿਆਂ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ ਕੈਨੇਡਾ ਵਿੱਚ ਕੋਵਿਡ-19 ਦੇ ਹਰ ਸੂਬੇ ਦੇ ਵਿੱਚ ਕੁੱਲ ਮਾਮਲੇ ਕਿੰਨੇ ਹੋ ਗਏ ਨੇ, ਸਗੋਂ ਇਹ ਦਿਖਾਵਾਂਗੇ ਕਿ ਇਸ ਸਮੇਂ ਮੌਜੂਦਾ ਐਕਟਿਵ ਮਾਮਲੇ ਕਿੰਨੇ ਨੇ। ਕਿਉਂਕਿ ਇਸ ਤੋਂ ਇੱਕ ਚੰਗੀ ਉਮੀਦ ਵੀ ਵੱਜ ਰਹੀ ਹੈ, ਕਿਉਂਕਿ ਕਈ ਸੂਬਿਆਂ ਦੇ ਵਿੱਚ ਸਿਰਫ 1, 2 ਜਾਂ 3 ਜਾਂ ਫਿਰ ਕੁਝ ਗਿਣਤੀ ਦੇ ਵਿੱਚ ਹੀ ਮਾਮਲੇ ਰਹਿ ਗਏ ਨੇ। ਜਿੱਥੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ 'ਚ ਵੀ ਮਾਮਲੇ ਸਾਹਮਣੇ ਆਏ ਸੀ, ਉੱਥੇ ਸੈਂਕੜੇ ਹੀ ਰਹਿ ਗਏ ਨੇ। ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਇਸ ਦੇ ਵਿੱਚ ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਸਰਕਾਰ ਦੇ ਵੱਲੋਂ ਜਿਹੜੀ ਆਪਣੀ ਵੈਬਸਾਈਟ ਦੇ ਉੱਤੇ ਇਸ ਬਾਰੇ ਜਾਣਕਾਰੀ ਜਾਰੀ ਕੀਤੀ ਜਾਂਦੀ ਹੈ, ਉਸ ਮੁਤਾਬਕ ਜਿਹੜੇ ਉਹਨਾਂ ਦੇ ਵੱਲੋਂ ਕੁੱਲ ਹੁਣ ਤੱਕ ਕੇਸ ਦੱਸੇ ਗਏ ਸੀ ਉਸ ਦੇ ਵਿੱਚ ਜਿੰਨੇ ਠੀਕ ਹੋ ਗਏ ਤੇ ਜਿੰਨੀਆਂ ਉਹਨਾਂ ਸੂਬਿਆਂ ਦੇ ਵਿੱਚ ਮੌਤਾਂ ਹੋਈਆਂ ਉਸ ਦੇ ਵਿੱਚ ਉਹ ਕੇਸ ਘਟਾਏ ਗਏ ਨੇ। ਤਾਂ ਇਹ ਐਕਟਿਵ ਕੇਸ ਨੇ ਜਿਹੜੇ ਉਹਦੇ ਅੰਕੜੇ ਤੁਹਾਨੂੰ ਦਿਖਾਏ ਜਾ ਰਹੇ ਨੇ ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਕੀ ਅੰਕੜੇ ਹੋ ਗਏ ਨੇ। ਕੈਨੇਡਾ ਭਰ ਦੀ ਗੱਲ ਕਰੀਏ ਤਾਂ ਅੱਜ 473 ਨਵੇਂ ਮਾਮਲਿਆਂ ਸਮੇਤ 97,530 ਮਾਮਲੇ ਹੋ ਚੁੱਕੇ ਨੇ। 57,658 ਪੂਰੀ ਤਰ੍ਹਾਂ ਠੀਕ ਹੋ ਗਏ ਨੇ। 79,194 ਮੌਤਾਂ ਹੋਈਆਂ ਨੇ। ਐਲਬਰਟਾ ਦੇ ਵਿੱਚ ਐਕਟਿਵ ਕੇਸਿਸ ਦੀ ਗੱਲ ਕਰੀਏ ਤਾਂ ਕਰੀਬ 379 ਐਕਟਿਵ ਕੇਸ ਨੇ ਤੇ 149 ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ ਕਰੀਬ 183 ਐਕਟਿਵ ਨੇ, 167 ਮੌਤਾਂ ਹੋਈਆਂ ਨੇ। ਮੈਨੀਟੋਬਾ ਦੇ ਵਿੱਚ ਕਰੀਬ 7 ਐਕਟਿਵ ਕੇਸ ਨੇ ਤੇ 7 ਹੀ ਮੌਤਾਂ ਹੋਈਆਂ ਨੇ। ਨਿਊ ਬਰੰਸਵਿਕ ਦੇ ਵਿੱਚ ਕਰੀਬ 29 ਐਕਟਿਵ ਕੇਸ ਨੇ ਤੇ 1 ਮੌਤ ਹੋਈ ਹੈ। ਨਿਊ ਫਾਊਂਡਲੈਂਡ ਦੇ ਵਿੱਚ 2 ਨੇ ਤੇ 3 ਮੌਤਾਂ ਹੋਈਆਂ ਨੇ। ਨੋਵਾ ਸਕੋਸ਼ੀਆ ਦੇ ਵਿੱਚ ਕਰੀਬ 4 ਐਕਟਿਵ ਕੇਸ ਨੇ ਤੇ 62 ਮੌਤਾਂ ਹੋਈਆਂ ਨੇ। ਓਨਟਾਰੀਓ ਦੇ ਵਿੱਚ 3116 ਕੇਸ ਨੇ ਕਰੀਬ ਇਸ ਦੇ ਤੇ 2543 ਮੌਤਾਂ ਹੋਈਆਂ ਨੇ। ਪ੍ਰਿੰਸ ਐਡਵਰਡ ਦੇ ਵਿੱਚ 27 ਮਾਮਲੇ ਸਨ ਤੇ 27 ਹੀ ਹੁਣ ਠੀਕ ਹੋ ਗਏ। ਹੁਣ ਐਕਟਿਵ ਕੇਸ ਕੋਈ ਵੀ ਨਹੀਂ ਹੈ। ਕਿਊਬੈਕ ਦੇ ਵਿੱਚ ਐਕਟਿਵ ਕੇਸ ਕਰੀਬ 28,081 ਨੇ ਤੇ ਮੌਤਾਂ ਹੁਣ ਤੱਕ 5,105 ਹੋ ਚੁੱਕੀਆਂ ਨੇ। ਸਸਕੈਚਵਨ ਦੇ ਵਿੱਚ ਐਕਟਿਵ ਕੇਸ ਕਰੀਬ 21 ਨੇ ਤੇ ਮੌਤਾਂ 13 ਹੋ ਚੁੱਕੀਆਂ ਨੇ। ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ ਕੋਈ ਵੀ ਐਕਟਿਵ ਕੇਸ ਨਹੀਂ ਹੈਗਾ ਤੇ ਨਾ ਹੀ ਯੂਕੋਨ ਦੇ ਵਿੱਚ ਹੈ। ਇਸ ਤਰ੍ਹਾਂ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ, ਜੋ ਕਿ ਕੈਨੇਡਾ ਸਰਕਾਰ ਦੇ ਵੱਲੋਂ ਇੱਕ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਦਰਅਸਲ ਬਹੁਤ ਸਾਰੇ ਲੋਕਾਂ ਦੇ ਵੱਲੋਂ ਸਵਾਲ ਜਦੋਂ ਇਸ ਸਮੇਂ ਕੋਰੋਨਾ ਵਾਇਰਸ ਦੌਰਾਨ ਪੁੱਛੇ ਜਾ ਰਹੇ ਸਨ ਤੇ ਇਹ ਵੀ ਪੁੱਛਿਆ ਜਾ ਰਿਹਾ ਸੀ ਕਿ ਜਿਹੜੇ ਰਿਫਿਊਜੀ ਨੇ ਉਹਨਾਂ ਦੇ ਵਾਸਤੇ ਕੀ ਕੁਝ ਹੈਗਾ ਏ। ਤਾਂ ਰਿਫਿਊਜੀਆਂ ਦੇ ਵਾਸਤੇ ਹੀ ਹੁਣ ਇਹ ਪ੍ਰੋਗਰਾਮ ਹੈ ਜੋ ਉਹ ਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਆਰਜ਼ੀ ਤੌਰ ਦੇ ਉੱਤੇ ਕੁਝ ਸਮੇਂ ਦੇ ਵਾਸਤੇ ਹੀ ਕੱਢਿਆ ਜਾਵੇਗਾ। ਤੇ ਇਹ ਪ੍ਰੋਗਰਾਮ ਖਾਸ ਤੌਰ ਦੇ ਉੱਤੇ ਕੋਵਿਡ-19 ਦੇ ਦੌਰਾਨ ਸਿਹਤ ਅਦਾਰਿਆਂ ਦੇ ਨਾਲ ਕੰਮ ਕਰਨ ਵਾਲੇ ਰਿਫਿਊਜੀਆਂ ਦੇ ਵਾਸਤੇ ਹੈ ਕਿ ਉਹਨਾਂ ਨੂੰ ਪੱਕੇ ਹੋਣ ਦਾ ਮੌਕਾ ਮਿਲੇਗਾ। ਕੈਨੇਡਾ ਸਰਕਾਰ ਆਰਜ਼ੀ ਤੌਰ ਦੇ ਉੱਤੇ ਇੱਕ ਪ੍ਰੋਗਰਾਮ ਲਿਆਉਣ ਦੀ ਤਿਆਰੀ ਦੇ ਵਿੱਚ ਹੈ, ਜਿਸ ਦੇ ਵਿੱਚ ਉਹ ਰਿਫਿਊਜੀ ਜੋ ਕਿ ਹੈਲਥ ਕੇਅਰ ਦੇ ਨਾਲ ਕੰਮ ਕਰ ਰਹੇ ਨੇ ਕੋਰੋਨਾ ਵਾਇਰਸ ਦੇ ਦੌਰਾਨ ਉਹਨਾਂ ਨੂੰ ਪੱਕੇ ਕੀਤਾ ਜਾਵੇਗਾ। ਜਿਸ ਦੇ ਬਾਰੇ ਹੋਰ ਜਾਣਕਾਰੀ ਆਉਂਦੇ ਕੁਝ ਹਫ਼ਤੇ ਦੇ ਵਿੱਚ ਸਾਹਮਣੇ ਆਵੇਗੀ ਤੇ ਇਸ ਸੰਬੰਧੀ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚਿਨੋ ਦੇ ਵੱਲੋਂ ਵੀ ਜੋ ਰਿਪੋਰਟ ਤਿਆਰ ਕੀਤੀ ਗਈ
ਉਸ ਦੀ ਇੱਕ ਕਾਪੀ ਰੇਡੀਓ ਕੈਨੇਡਾ ਦੇ ਕੋਲ ਮੌਜੂਦ ਹੈ, ਜਿਨ੍ਹਾਂ ਦੇ ਵੱਲੋਂ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਇਹ ਤਾਂ ਹਜੇ ਨਹੀਂ ਦੱਸਿਆ ਗਿਆ ਕਿ ਆਖਿਰ ਕਿੰਨੀ ਗਿਣਤੀ ਦੇ ਵਿੱਚ ਰਿਫਿਊਜੀਆਂ ਨੂੰ ਇਸ ਦੇ ਵਿੱਚ ਪੱਕੇ ਹੋਣ ਦਾ ਮੌਕਾ ਮਿਲੇਗਾ, ਪਰ ਗਿਣਤੀ ਹਜ਼ਾਰਾਂ ਤੱਕ ਹੋ ਸਕਦੀ ਹੈ ਤੇ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਰਿਫਿਊਜੀ ਜੋ ਕਿਊਬੈਕ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਪੱਕੇ ਹੋਣ ਦਾ ਮੌਕਾ ਮਿਲ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਕਿਊਬੈਕ ਦੇ ਵਿੱਚ ਹੀ ਸਿਹਤ ਵਿਭਾਗ ਨਾਲ ਜੁੜੇ ਸੈਕਟਰ ਵਿੱਚ 1000 ਦੇ ਕਰੀਬ ਰਿਫਿਊਜੀ ਕੰਮ ਕਰ ਰਹੇ ਨੇ ਤੇ ਕੋਵਿਡ-19 ਦੇ ਦੌਰਾਨ ਜਿਨ੍ਹਾਂ ਵੱਲੋਂ ਇੱਥੇ ਕੰਮ ਕੀਤਾ ਗਿਆ ਹੈ ਉਹਨਾਂ ਦੇ ਵਾਸਤੇ ਇਹ ਇੱਕ ਚੰਗੀ ਉਮੀਦ ਹੈ ਕਿ ਉਹ ਪੱਕੇ ਹੋ ਸਕਦੇ ਨੇ, ਕਿਉਂਕਿ ਇਸ ਦੇ ਵਿੱਚ ਨਾ ਸਿਰਫ ਇਹ ਹੈ ਕਿ ਉਹ ਹਸਪਤਾਲਾਂ ਵਿੱਚ ਕੰਮ ਕਰਦੇ ਹੋਣ, ਸਗੋਂ ਲੌਂਗ ਕੇਅਰ ਫੈਸਿਲਿਟੀਜ਼ ਵਿੱਚ ਇਹ ਕੰਮ ਕਰਦੇ ਹੋ, ਹਸਪਤਾਲਾਂ ਦੇ ਸਮੇਤ ਨਰਸਿਸ ਏਡਸ ਦੇ ਵਾਸਤੇ ਕੰਮ ਕਰਦੇ ਹੋ ਜਾਂ ਸਿਕਿਉਰਿਟੀ ਜਾਂ ਕੁਝ ਹੋਰ ਜੋ ਸਿਹਤ ਵਿਭਾਗ ਦੇ ਨਾਲ ਜੁੜੇ ਹੋਏ ਕੰਮ ਹੈ। ਪਰ ਇਸ ਦੇ ਵਿੱਚ ਉਹ ਨਹੀਂ ਜੋੜੇ ਗਏ ਨੇ ਜੋ ਹੋਰ ਐਸੈਂਸ਼ੀਅਲ ਕੰਮ ਨੇ, ਜਿਵੇਂ ਕਿ ਗਰੋਸਰੀ ਸਟੋਰਸ ਦੇ ਵਿੱਚ ਕੰਮ ਜਾਂ ਕੋਈ ਹੋਰ ਕੰਮ। ਸਿਰਫ ਸਿਹਤ ਵਿਭਾਗ ਨਾਲ ਜੁੜੇ ਕੰਮ ਹੀ ਇਸ ਦੇ ਵਿੱਚ ਜੋੜੇ ਜਾਣਗੇ, ਜਿਸ ਦੇ ਵਾਸਤੇ ਇਹ ਵੀ ਦੱਸਿਆ ਗਿਆ ਹੈ ਕਿ ਆਖਿਰ ਕਿਹੜੇ ਰਿਫਿਊਜੀ ਨੇ ਜੋ ਇਸ ਦੇ ਵਾਸਤੇ ਯੋਗਤਾ ਰੱਖਣਗੇ। ਉਹਨਾਂ ਦੇ ਲਈ ਕਿਹਾ ਗਿਆ ਹੈ ਉਹ ਰਿਫਿਊਜੀ ਜਿਨ੍ਹਾਂ ਦੀ ਪਹਿਲਾਂ ਐਪਲੀਕੇਸ਼ਨ ਚਾਹੇ ਲੱਗੀ ਹੋਈ ਹੋਵੇ, ਚਾਹੇ ਉਹਨਾਂ ਦੀ ਐਪਲੀਕੇਸ਼ਨ ਰੱਦ ਹੋ ਗਈ ਹੋਵੇ, ਉਹ ਵੀ ਇਸ ਦੇ ਵਿੱਚ ਹਿੱਸਾ ਲੈ ਸਕਦੇ ਨੇ। ਨਾਲ ਹੀ ਉਹ ਰਿਫਿਊਜੀ ਜਿਨ੍ਹਾਂ ਨੇ ਪਨਾਹ ਲੈਣ ਦੇ ਬਾਰੇ ਆਪਣੀ ਅਰਜ਼ੀ ਇਸ ਐਲਾਨ ਤੋਂ ਪਹਿਲਾਂ ਲਗਾ ਦਿੱਤੀ ਹੋਵੇ, ਜਿਨ੍ਹਾਂ ਦੇ ਕੋਲ ਇੱਕ ਵੈਲਿਡ ਵਰਕ ਪਰਮਿਟ ਹੋਵੇ ਤੇ ਨਾਲ ਹੀ ਉਹ ਹੈਲਥ ਫੀਲਡ ਦੇ ਵਿੱਚ ਕੰਮ ਕਰ ਚੁੱਕੇ ਹੋਣ ਤੇ ਇਸ ਦੇ ਨਾਲ ਹੀ ਉਹਨਾਂ ਨੇ ਘੱਟੋ ਘੱਟ 4 ਹਫ਼ਤੇ ਜਾਂ ਫਿਰ 120 ਘੰਟੇ ਕੰਮ ਕੀਤਾ ਹੋਵੇ ਜਨਵਰੀ 25, 2020 ਤੋਂ ਲੈ ਕੇ ਉਸ ਤਰੀਕ ਤੱਕ ਦੇ ਸਮੇਂ ਤੱਕ ਜਦੋਂ ਇਸ ਪ੍ਰੋਗਰਾਮ ਨੂੰ ਐਲਾਨਿਆ ਜਾਵੇਗਾ। ਜੇ ਇਸ ਦੇ ਵਿੱਚ ਵਿਸਥਾਰ ਦੇ ਵਿੱਚ ਪੂਰੀ ਜਾਣਕਾਰੀ ਜਦੋਂ ਇਹ ਪ੍ਰੋਗਰਾਮ ਪਾਸ ਹੋ ਜਾਂਦਾ ਹੈ ਤੇ ਇਸ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਆਪਣੀ ਵੈਬਸਾਈਟ ਦੇ ਉੱਤੇ ਦਿੱਤੀ ਜਾਵੇਗੀ ਤਾਂ ਨਾਲ ਹੀ ਤੁਹਾਡੇ ਤੱਕ ਉਹ ਜਾਣਕਾਰੀ ਪਹੁੰਚਾਵਾਂਗੇ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਜੋ ਕੈਨੇਡਾ ਬਾਰਡਰ ਸਰਵਿਸਿਜ਼ ਦੇ ਵੱਲੋਂ ਅੱਜ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਸਾਂਝੀ ਕੀਤੀ ਗਈ ਹੈ। ਉਹ ਇਹ ਹੈ ਕਿ ਜਿਹੜੇ ਇਮੀਡੀਏਟ ਫੈਮਿਲੀ ਮੈਂਬਰ ਨੇ, ਯਾਨੀ ਕਿ ਜਿਹੜੇ ਨੇੜੇ ਦੇ ਪਰਿਵਾਰਕ ਮੈਂਬਰ ਜਿਵੇਂ ਬੱਚੇ ਜਿੰਨੇ ਵੀ ਕੈਨੇਡਾ ਦੇ ਵਿੱਚ ਵਿਅਕਤੀ PR ਨੇ, ਸਿਟੀਜ਼ਨ ਨੇ, ਉਹਨਾਂ ਦੇ ਤੇ ਉਹਨਾਂ ਦੇ ਮਾਪੇ ਜਾਂ ਉਹਨਾਂ ਦੇ ਜੀਵਨ ਸਾਥੀ, ਉਹਨਾਂ ਨੂੰ ਕੈਨੇਡਾ ਵਿੱਚ ਆਉਣ ਦੀ ਇਜਾਜ਼ਤ ਮਿਲੀ, ਉਹਨਾਂ ਦੇ ਵਾਸਤੇ ਹੋਰ ਜਾਣਕਾਰੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਕੀ ਤੁਸੀਂ ਜਿਹੜੇ ਨੇੜੇ ਦੇ ਪਰਿਵਾਰਕ ਮੈਂਬਰ ਹੋ ਕਿਸੇ ਕੈਨੇਡੀਅਨ ਦੇ ਤੇ ਕੈਨੇਡਾ ਆਉਣਾ ਚਾਹੁੰਦੇ ਹੋ ਤਾਂ ਉਸ ਦੇ ਵਿੱਚ ਸਾਰੀ ਜਾਣਕਾਰੀ ਦੇਖ ਸਕਦੇ ਹੋ ਜੋ ਤੁਹਾਡੇ ਵਾਸਤੇ ਮੁੱਖ ਹੈ ਕਿ ਤੁਸੀਂ ਕਿਵੇਂ ਕੈਨੇਡਾ ਆ ਸਕਦੇ ਹੋ, ਕਿਉਂਕਿ ਹਰ ਕੋਈ ਨਹੀਂ ਇਸ ਦੇ ਵਿੱਚ ਉਹ ਵੀ ਆ ਸਕਦਾ ਜੋ ਨੇੜੇ ਦਾ ਪਰਿਵਾਰਕ ਮੈਂਬਰ ਹੋਵੇਗਾ। ਉਸ ਨੂੰ ਕਈ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਤੇ ਉਹਨਾਂ ਸਵਾਲਾਂ ਦੇ ਜਵਾਬ ਜਿਸ ਮੁਤਾਬਕ ਦਿੱਤੇ ਜਾਂਦੇ ਨੇ ਤਾਂ ਹੀ ਕੈਨੇਡਾ ਦੇ ਵਿੱਚ ਆਉਣ ਦੀ ਇਜਾਜ਼ਤ ਮਿਲੇਗੀ, ਜਿਵੇਂ ਕਿ ਘੱਟੋ ਘੱਟ 15 ਦਿਨ ਤਾਂ ਰਹਿਣਾ ਹੀ ਪਵੇਗਾ, ਕਿਉਂਕਿ 14 ਦਿਨ ਵਾਸਤੇ ਤਾਂ ਖੁਦ ਨੂੰ ਇਕੱਲੇ ਹੀ ਰੱਖਣਾ ਪਵੇਗਾ ਕਿ ਉਹ ਕਿਸੇ ਦੇ ਸੰਪਰਕ ਵਿੱਚ ਨਾ ਆਉਣ, ਕਿ ਕੋਵਿਡ-19 ਦੇ ਸ਼ਿਕਾਰ ਤਾਂ ਨਹੀਂ ਹੋਏ ਉਹ, ਤੇ ਇਸ ਦੇ ਨਾਲ ਹੀ ਇਹ ਉਸ ਨੂੰ ਦੱਸਣਾ ਪਵੇਗਾ ਕਿ ਕੀ ਉਹ ਕੋਵਿਡ-19 ਤੋਂ ਬਿਮਾਰ ਤਾਂ ਨਹੀਂ ਨੇ ਜਾਂ ਫਿਰ ਕੋਈ ਵੀ ਲੱਛਣ ਦਿਖਾਈ ਤਾਂ ਨਹੀਂ ਦਿੰਦਾ ਉਹਨਾਂ ਦੇ ਵਿੱਚ, ਤੇ ਹੋਰ ਵੀ ਬਹੁਤ ਸਾਰੇ ਸਵਾਲ ਨੇ ਜੋ ਪੁੱਛੇ ਜਾਣਗੇ। ਉਸ ਤੋਂ ਬਾਅਦ ਹੀ ਐਂਟਰੀ ਮਿਲੇਗੀ। ਇਸ ਦੇ ਨਾਲ ਹੀ ਹੋਰ ਜਾਣਕਾਰੀ ਹੈ ਜਿਹੜੀ ਉਹ ਕੈਨੇਡਾ ਬਾਰਡਰ ਸਰਵਿਸਿਜ਼ ਦੇ ਵੱਲੋਂ ਸਾਂਝੀ ਕੀਤੀ ਗਈ ਹੈ, ਜੋ ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਵਿਭਾਗ ਦੇ ਜਾਂ ਬਾਰਡਰ ਸਰਵਿਸਿਜ਼ ਦੇ ਅੱਗੇ ਜਾ ਕੇ ਵਿਭਾਗ ਦੇ ਵਿੱਚ ਇੱਕ ਇਸ ਦੇ ਬਾਰੇ ਜਾਣਕਾਰੀ ਹੈ। ਤੇ ਇਮੀਡੀਏਟ ਫੈਮਿਲੀ ਮੈਂਬਰਸ ਟੂ ਕੈਨੇਡਾ ਜਦੋਂ ਤੁਸੀਂ ਲਿਖੋਗੇ ਕੋਵਿਡ-19 ਨਾਲ ਸੰਬੰਧਿਤ ਜਾਣਕਾਰੀ ਦੇ ਵਿੱਚ ਤਾਂ ਤੁਹਾਨੂੰ ਸਾਰੀ ਜਾਣਕਾਰੀ ਇਸ ਦੇ ਵਿੱਚ ਆ ਜਾਵੇਗੀ। ਵਿਸਥਾਰ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਹੜੇ-ਕਿਹੜੇ ਸਵਾਲ ਪੁੱਛੇ ਜਾਣੇ ਨੇ ਤੇ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਜੇਕਰ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ। ਅੱਗੇ ਖਬਰ ਹੈ ਕਿ CERB ਜਿਨ੍ਹਾਂ ਦੇ ਵੱਲੋਂ ਗਲਤ ਤੌਰ ਤੇ ਉੱਤੇ ਇਸ ਦੇ ਵਾਸਤੇ ਅਪਲਾਈ ਕੀਤਾ ਗਿਆ, ਜੋ ਯੋਗਤਾ ਨਹੀਂ ਸੀ ਰੱਖਦੇ, ਉਹਨਾਂ ਦੇ ਵੱਲੋਂ ਵੀ ਮਦਦ ਲਈ ਗਈ। ਉਹਨਾਂ ਦੇ ਉੱਤੇ ਕਾਰਵਾਈ ਨੂੰ ਲੈ ਕੇ ਜੋ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਨੇ, ਕੱਲ੍ਹ ਤੱਕ ਤੁਹਾਨੂੰ ਦੱਸਿਆ ਸੀ ਕਿ 1 ਜੂਨ ਤੱਕ ਜਾਣਕਾਰੀ ਸਾਹਮਣੇ ਆਈ ਹੈ CRA ਦੇ ਕੋਲ 600 ਸ਼ਿਕਾਇਤਾਂ ਹੁਣ ਤੱਕ ਪਹੁੰਚ ਚੁੱਕੀਆਂ ਨੇ ਤੇ ਅੱਜ ਤਾਜ਼ਾ ਜਾਣਕਾਰੀ ਕੈਨੇਡਾ ਰੈਵਨਿਊ ਏਜੰਸੀ ਨੇ ਜਾਰੀ ਕੀਤੀ ਹੈ, ਜਿਸ ਦੇ ਵਿੱਚ 1300 ਵਿਅਕਤੀਆਂ ਦੇ ਬਾਰੇ ਟਿਪਸ ਉਹਨਾਂ ਕੋਲ ਪਹੁੰਚੇ ਨੇ। ਕੈਨੇਡਾ ਰੈਵਨਿਊ ਏਜੰਸੀ ਨੇ ਤਾਜ਼ਾ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਜੂਨ 10 ਤੱਕ 1300 ਅਜਿਹੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਨੇ, ਜਿਸ ਦੇ ਵਿੱਚ ਕੈਨੇਡਾ ਵਾਸੀਆਂ ਦੇ ਵੱਲੋਂ ਦੱਸਿਆ ਗਿਆ ਉਹਨਾਂ ਵਿਅਕਤੀਆਂ ਦੇ ਬਾਰੇ ਜਿਨ੍ਹਾਂ ਦੇ ਵੱਲੋਂ ਗਲਤ ਤੌਰ ਦੇ ਉੱਤੇ CERB ਲਈ ਗਈ ਜਾਂ ਫਿਰ ਉਸ ਦੀ ਗਲਤ ਵਰਤੋਂ ਕੀਤੀ ਗਈ ਜਾਂ ਫਿਰ ਕਰੋਨਾ ਵਾਇਰਸ ਨਾਲ ਸੰਬੰਧਿਤ ਸਰਕਾਰ ਦੇ ਵੱਲੋਂ ਜਿਹੜੇ ਪ੍ਰੋਗਰਾਮ ਐਲਾਨੇ ਗਏ ਸੀ ਉਹਨਾਂ ਦੇ ਵਾਸਤੇ ਗਲਤ ਤੌਰ ਦੇ ਉੱਤੇ ਅਪਲਾਈ ਕਰਦੇ ਹੋਏ ਇਹ ਮਦਦ ਲਈ ਗਈ ਹੈ, ਜਿਨ੍ਹਾਂ ਦੇ ਵੱਲੋਂ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕੱਲ੍ਹ ਤੱਕ CRA ਦੇ ਵੱਲੋਂ ਜਦੋਂ ਜਾਣਕਾਰੀ ਦਿੱਤੀ ਗਈ ਸੀ ਤਾਂ ਕਿਹਾ ਗਿਆ ਸੀ ਕਿ ਜੂਨ 1 ਤੱਕ ਉਹਨਾਂ ਕੋਲ 600 ਕੁੱਲ ਸ਼ਿਕਾਇਤਾਂ ਪਹੁੰਚ ਚੁੱਕੀਆਂ ਨੇ, ਜਿਸ ਦੇ ਵਿੱਚ ਟਿਪਸ ਦਿੱਤੇ ਗਏ ਨੇ ਲੋਕਾਂ ਦੇ ਵੱਲੋਂ। ਤੇ ਹੁਣ ਤਾਜ਼ਾ ਜਾਣਕਾਰੀ 'ਚ ਦੱਸਿਆ ਗਿਆ ਕਿ 1300
ਟਿਪਸ ਕੈਨੇਡਾ ਵਾਸੀਆਂ ਦੇ ਵੱਲੋਂ ਦੇ ਦਿੱਤੇ ਗਏ ਨੇ। ਇੱਥੇ ਇਹ ਵੀ ਹੈ ਕਿ ਜਿੰਨਾ ਜ਼ਿਆਦਾ ਲੋਕ ਜਾਗਰੂਕ ਹੋ ਰਹੇ ਨੇ ਕਿ ਸਰਕਾਰ ਦੇ ਵੱਲੋਂ ਹੁਣ ਅਜਿਹੇ ਵਿਅਕਤੀਆਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੇ ਵੱਲੋਂ ਗਲਤ ਤੌਰ ਦੇ ਉੱਤੇ ਮਦਦ ਲਈ ਗਈ ਹੈ, ਉਨਾ ਹੀ ਜ਼ਿਆਦਾ ਅੱਗੇ ਤੋਂ ਅੱਗੇ ਲੋਕਾਂ ਦੇ ਵੱਲੋਂ ਜਿਹੜੇ ਇੱਕ ਦੂਜੇ ਨੂੰ ਜਾਣਦੇ ਨੇ, ਜਿਨ੍ਹਾਂ ਦੇ ਵੱਲੋਂ ਅਜਿਹਾ ਕੀਤਾ ਗਿਆ, ਉਹਨਾਂ ਦੀਆਂ ਸ਼ਿਕਾਇਤਾਂ ਵੀ ਹੋਰ ਜ਼ਿਆਦਾ ਕੀਤੀਆਂ ਜਾ ਰਹੀਆਂ ਨੇ, ਜਿਸ ਕਰਕੇ ਹੀ ਇੰਨੇ ਘੱਟ ਸਮੇਂ ਦੇ ਵਿੱਚ ਹੁਣ ਤੱਕ 1300 ਸ਼ਿਕਾਇਤਾਂ ਅਧਿਕਾਰੀਆਂ ਤੱਕ ਪਹੁੰਚ ਚੁੱਕੀਆਂ ਨੇ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਭਰ ਦੇ ਵਿੱਚ ਜੋ ਬੇਰੁਜ਼ਗਾਰੀ ਦਰ ਹੈ ਇਸ ਸਮੇਂ 1982 ਤੋਂ ਬਾਅਦ ਹੁਣ ਤੱਕ ਸਭ ਤੋਂ ਜ਼ਿਆਦਾ ਪਾਈ ਗਈ ਹੈ। 13.7% ਤੱਕ ਬੇਰੁਜ਼ਗਾਰੀ ਦਰ ਹੋ ਚੁੱਕੀ ਹੈ। ਮਾਰਚ ਤੇ ਅਪ੍ਰੈਲ ਦੇ ਵਿੱਚ ਹੀ 3 ਮਿਲੀਅਨ ਨੌਕਰੀਆਂ ਯਾਨੀ ਕਿ 30 ਲੱਖ ਦੇ ਕਰੀਬ ਨੌਕਰੀਆਂ ਚਲੀਆਂ ਗਈਆਂ। ਇਸ ਦੇ ਨਾਲ ਹੀ 25 ਲੱਖ ਤੋਂ ਜ਼ਿਆਦਾ ਲੋਕਾਂ ਦੇ ਕੰਮ ਕਰਨ ਦੇ ਘੰਟੇ ਪਹਿਲਾਂ ਨਾਲੋਂ ਘਟ ਗਏ ਕੋਵਿਡ-19 ਦੇ ਕਰਕੇ ਜੋ ਹਾਲਾਤ ਬਣੇ ਉਸ ਕਰਕੇ, ਜਿਸ ਦੌਰਾਨ ਸਰਕਾਰ ਵੱਲੋਂ ਵੱਖੋ ਵੱਖਰੇ ਪ੍ਰੋਗਰਾਮਸ ਦੇ ਤਹਿਤ ਮਦਦ ਦਿੱਤੀ ਗਈ। ਸਭ ਤੋਂ ਅਹਿਮ ਇਸ ਦੇ ਵਿੱਚ 2 ਪ੍ਰੋਗਰਾਮ ਮੰਨੇ ਜਾ ਰਹੇ ਨੇ ਜਿਸ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਲੋਕਾਂ ਨੇ ਮਦਦ ਲਈ ਹੈ। ਪਹਿਲਾ CERB ਤੇ ਦੂਜਾ ਵੇਜ ਸਬਸਿਡੀ ਪ੍ਰੋਗਰਾਮ ਜੋ ਕਿ ਇੰਪਲੋਇਰਸ ਦੇ ਵਾਸਤੇ ਹੈ, ਜਿਸ ਦੇ ਵਿੱਚ ਕਾਮਿਆਂ ਦੀ 75% ਤੱਕ ਤਨਖਾਹ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਤੇ ਇਸੇ ਨੂੰ ਲੈ ਕੇ ਜਾਂ ਫਿਰ ਟੈਕਸ ਦੀ ਚੋਰੀ ਕਰ ਰਹੇ ਨੇ ਜਿਹੜੇ ਲੋਕ ਇਸ ਸਮੇਂ ਵੀ, ਉਸ ਨੂੰ ਲੈ ਕੇ ਵੀ CRA ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿੰਨੀਆਂ ਸ਼ਿਕਾਇਤਾਂ ਜਿਹੜੇ ਲੋਕਾਂ ਨੂੰ ਜਾਣਦੇ ਉਹਨਾਂ ਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਦਿੱਤੀ ਜਾਵੇ। postpromise.com ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇਸ ਦਾ ਜ਼ਿਕਰ ਕੀਤਾ, ਜਿਸ ਦੇ ਵਿੱਚ ਕੈਨੇਡਾ ਭਰ ਦੇ ਵਪਾਰੀਆਂ ਨੂੰ ਕਿਹਾ ਜਾ ਰਿਹਾ ਹੈ ਕਿ postpromise.com ਤੇ ਜਾਓ ਤੇ ਰਜਿਸਟਰ ਕਰੋ। ਦਰਅਸਲ ਇਹ ਉਹ ਵੈਬਸਾਈਟ ਬਣਾਈ ਗਈ ਹੈ ਜਿਸ ਦੇ ਵਿੱਚ ਇਹ ਪਤਾ ਲੱਗੇਗਾ ਕਿ ਕਿੰਨੇ ਵਪਾਰੀ ਇਸ ਚੀਜ਼ ਨੂੰ ਸਥਾਈ ਬਣਾ ਰਹੇ ਨੇ ਕਿ ਉਹਨਾਂ ਦਾ ਬਿਜ਼ਨਸ ਕੋਵਿਡ-19 ਦੇ ਦੌਰਾਨ ਸੁਰੱਖਿਅਤ ਹੈ। ਉਸ ਦੇ ਵਿੱਚ 5 ਵਾਅਦੇ ਲਏ ਜਾ ਰਹੇ ਨੇ। ਕੀ ਨੇ ਉਹ ਵਾਅਦੇ, ਤੁਹਾਨੂੰ ਦੱਸਦੇ ਹਾਂ। postpromise.com ਦੇ ਉੱਤੇ ਜਾ ਕੇ ਸਭ ਤੋਂ ਪਹਿਲਾਂ ਭਾਸ਼ਾ ਚੁਣਨੀ ਹੈ ਅੰਗਰੇਜ਼ੀ ਜਾਂ ਫ੍ਰੈਂਚ, ਜਿਸ ਦੇ ਵਿੱਚ ਜੇਕਰ ਅੰਗਰੇਜ਼ੀ ਭਾਸ਼ਾ ਚੁਣੀ ਜਾਂਦੀ ਹੈ ਤਾਂ ਉਸ ਦੇ ਵਿੱਚ ਮੇਕ ਪ੍ਰੋਮਿਸ ਦੀ ਆਪਸ਼ਨ ਆਉਂਦੀ ਹੈ ਤੇ ਇਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪੋਸਟ ਪ੍ਰੋਮਿਸ ਹੈਗਾ ਕੀ ਹੈ, ਇਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਤੇ ਉਸ ਤੋਂ ਬਾਅਦ ਜਦੋਂ ਪ੍ਰੋਮਿਸ ਦੇ ਉੱਤੇ ਜਾਇਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਵਿੱਚ ਸ਼ੁਰੂਆਤ ਕਰਨ ਦੇ ਵਾਸਤੇ ਤੁਹਾਨੂੰ ਪੁੱਛਿਆ ਜਾਂਦਾ ਹੈ ਤੇ ਨਾਲ ਹੀ ਉਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਖੁਸ਼ੀ ਦਾ ਪ੍ਰਗਟਾਵਾ ਕਰਦੇ ਨੇ ਕਿ 5 ਸਵਾਲ ਪੁੱਛੇ ਜਾਣਗੇ ਜਿਨ੍ਹਾਂ ਦੇ ਜਵਾਬ ਤੁਸੀਂ ਦੇਣੇ ਨੇ। ਬਹੁਤ ਸੌਖੇ ਸਵਾਲ ਨੇ, ਜਿਸ ਦੇ ਵਿੱਚ ਪਹਿਲਾ ਸਵਾਲ ਹੈ ਕਿ ਕੀ ਤੁਸੀਂ ਤੇ ਤੁਹਾਡੇ ਕਾਮੇ ਇਹ ਵਾਅਦਾ ਕਰਦੇ ਹੋ ਕਿ ਕੰਮ ਵਾਲੀ ਥਾਂ ਦੇ ਉੱਤੇ ਆਪਣੇ ਕਾਮਿਆਂ ਦੇ ਦਰਮਿਆਨ ਤੇ ਗ੍ਰਾਹਕਾਂ ਦੇ ਦਰਮਿਆਨ ਫਾਸਲਾ ਬਣਾਏ ਰੱਖਣ ਦੇ ਵਾਸਤੇ ਤੁਹਾਡਾ ਬਿਜ਼ਨਸ ਉਪਰਾਲਾ ਕਰਦਾ ਹੈ। ਤਾਂ ਫਿਰ ਉਸ ਦੇ ਵਿੱਚ ਜੇਕਰ ਤੁਸੀਂ ਹਾਂ ਕਹਿੰਦੇ ਹੋ ਤਾਂ ਅਗਲਾ ਸਵਾਲ ਆਉਂਦਾ ਹੈ ਕਿ ਕੀ ਤੁਸੀਂ ਤੇ ਤੁਹਾਡੇ ਕਾਮੇ ਵਾਅਦਾ ਕਰਦੇ ਨੇ ਕਿ ਜੇਕਰ ਕੋਈ ਬਿਮਾਰ ਮਹਿਸੂਸ ਕਰ ਰਿਹਾ ਹੋਵੇਗਾ ਤਾਂ ਕੀ ਉਹ ਘਰ ਰਹੇਗਾ। ਤੇ ਉਸ ਦੇ ਵਿੱਚ ਜੇਕਰ ਹਾਂ ਕਿਹਾ ਜਾਂਦਾ ਹੈ ਤਾਂ ਅਗਲਾ ਤੀਜਾ ਸਵਾਲ ਆਉਂਦਾ ਹੈ ਕਿ ਕੀ ਤੁਸੀਂ ਤੇ ਤੁਹਾਡੇ ਕਾਮੇ ਵਾਅਦਾ ਕਰਦੇ ਨੇ ਕਿ ਉਹ ਜਦੋਂ ਖੰਘ ਆਉਂਦੀ ਹੈ ਤਾਂ ਕੂਣੀ ਦੇ ਵਿੱਚ ਖੰਘਣਾ ਹੈ, ਜਾਂ ਛਿੱਕ ਆਉਂਦੀ ਹੈ ਕੂਣੀ 'ਚ ਛਿੱਕਣਾ ਹੈ, ਜਾਂ ਫਿਰ ਫੇਸ ਮਾਸਕ ਪਾ ਕੇ ਰੱਖਣਾ ਹੈ ਤਾਂ ਕਿ ਜਿਹੜੇ ਵੀ ਸਾਹ ਦੇ ਰਾਹੀਂ ਕੀਟਾਣੂ ਜਾਂਦੇ ਨੇ ਉਹ ਹਵਾ ਦੇ ਵਿੱਚ ਘੱਟ ਫੈਲਣ। ਇਸ ਦੇ ਵਾਸਤੇ ਉਪਰਾਲੇ ਕੀਤੇ ਜਾ ਰਹੇ ਨੇ। ਤਾਂ ਇਸ ਦੇ ਵਾਸਤੇ ਹਾਂ ਕਰ ਦਿਓ ਤਾਂ ਚੌਥਾ ਸਵਾਲ ਆ ਜਾਂਦਾ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਕੀ ਤੁਸੀਂ ਤੇ ਤੁਹਾਡੇ ਕਾਮੇ ਵਾਅਦਾ ਕਰਦੇ ਨੇ ਕਿ ਤੁਸੀਂ ਆਪਣੀ ਕੰਮ ਵਾਲੀ ਥਾਂ ਨੂੰ ਸਾਫ਼ ਤੇ ਡਿਸਇਨਫੈਕਟ ਕਰੋਗੇ ਲਗਾਤਾਰ। ਤੇ ਜੇਕਰ ਉਸ ਦੇ ਉੱਤੇ ਹਾਂ ਕੀਤੀ ਜਾਂਦੀ ਹੈ ਤਾਂ ਆਖਰੀ ਤੇ 5ਵਾਂ ਸਵਾਲ ਆ ਜਾਂਦਾ ਹੈ ਕਿ ਕੀ ਤੁਸੀਂ ਤੇ ਤੁਹਾਡੇ ਕਾਮੇ ਵਾਅਦਾ ਕਰਦੇ ਹੋ ਕਿ ਤੁਸੀਂ ਬਾਰ-ਬਾਰ ਹੱਥ ਧੋਵੋਗੇ ਜਾਂ ਸੈਨੀਟਾਈਜ਼ ਕਰੋਗੇ ਆਪਣੇ ਹੱਥਾਂ ਨੂੰ। ਤੇ ਉਸ ਦੇ ਉੱਤੇ ਜੇਕਰ ਹਾਂ ਕਿਹਾ ਜਾਂਦਾ ਹੈ ਤਾਂ 100% ਤੱਕ ਸਾਰੇ ਜਵਾਬ ਪੂਰੇ ਹੋ ਜਾਂਦੇ ਨੇ, ਜਿਸ ਤੋਂ ਬਾਅਦ ਸਬਮਿਟ ਕਰਨ ਦੇ ਵਾਸਤੇ ਆਪਸ਼ਨ ਆ ਜਾਂਦੀ ਹੈ। ਜਦੋਂ ਸਬਮਿਟ ਕੀਤਾ ਜਾਂਦਾ ਹੈ ਉਸ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਟਰਮਸ ਐਂਡ ਕੰਡੀਸ਼ਨਸ ਐਕਸੈਪਟ ਕਰਨ ਵਾਸਤੇ ਕਿਹਾ ਜਾਂਦਾ ਹੈ। ਤਾਂ ਉਸ ਤੋਂ ਬਾਅਦ ਅੱਗੇ ਇੱਕ ਪੇਜ ਆ ਜਾਂਦਾ ਹੈ ਜਿਸ ਦੇ ਵਿੱਚ ਬਿਜ਼ਨਸ ਦਾ ਕੰਟੈਕਟ ਈਮੇਲ ਤੇ ਬਿਜ਼ਨਸ ਦਾ ਨਾਮ ਤੇ ਉਸ ਤੋਂ ਬਾਅਦ ਪੋਸਟਲ ਕੋਡ ਤੇ ਬਿਜ਼ਨਸ ਕਿਹੜੇ ਪ੍ਰਕਾਰ ਦਾ ਇਹ ਪੁੱਛਿਆ ਜਾਂਦਾ ਹੈ। ਇਹ ਜਾਣਕਾਰੀ ਦੇਣ ਤੋਂ ਬਾਅਦ ਹੋਵੇਗਾ ਕਿ ਤੁਸੀਂ ਵਾਅਦਾ ਕਰ ਦਿੱਤਾ ਹੈ ਕਿ ਤੁਸੀਂ ਆਪਣੀ ਕੰਮ ਵਾਲੀ ਥਾਂ ਨੂੰ ਸੁਰੱਖਿਅਤ ਰੱਖ ਰਹੇ ਹੋ ਤੇ ਇਸ ਵਾਅਦੇ ਦੀ ਰਿਪੋਰਟ ਹੈ ਜੋ ਉਹ ਸਰਕਾਰ ਕੋਲ ਵੀ ਜਮ੍ਹਾਂ ਹੋ ਜਾਵੇਗੀ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਦੇ ਲਈ ਜਾਗਰੂਕ ਹਨ, ਇਸ ਦੇ ਬਾਰੇ ਸਰਕਾਰ ਨੂੰ ਪਤਾ ਲੱਗ ਸਕੇ। ਅਲਬਰਟਾ ਸਰਕਾਰ ਨੇ ਐਲਾਨ ਕੀਤਾ ਸੀ ਕਿ 20 ਮਿਲੀਅਨ ਮਾਸਕ ਉਹਨਾਂ ਦੇ ਵੱਲੋਂ ਵੰਡੇ ਜਾ ਰਹੇ ਨੇ, ਜੋ ਕਿ ਟਿਮ ਹਾਰਟਨਸ, A&W, ਮੈਕਡੋਨਲਡਸ ਤੇ ਹੋਰ ਥਾਵਾਂ ਦੇ ਉੱਤੇ ਉਹਨਾਂ ਦੇ ਡਰਾਈਵ ਥਰੂ ਜਦੋਂ ਫੂਡ ਫੜਦੇ ਨੇ ਲੋਕ ਤਾਂ ਉੱਥੇ ਉਹਨਾਂ ਨੂੰ ਮੁਫਤ ਦੇ ਵਿੱਚ ਮਾਸਕ ਮਿਲਦੇ ਨੇ। ਪਰ ਹੁਣ ਇਸੇ ਦੇ ਉੱਤੇ ਲੋਕਾਂ ਦੇ ਵੱਲੋਂ ਕੁਝ ਸਵਾਲ ਚੁੱਕੇ ਗਏ ਨੇ। ਕੀ ਨੇ ਉਹ ਸਵਾਲ, ਤੁਹਾਨੂੰ ਦਿਖਾਉਂਦੇ ਹਾਂ ਰਿਪੋਰਟ ਵਿੱਚ। ਅਲਬਰਟਾ ਸਰਕਾਰ ਵੱਲੋਂ ਅਲਬਰਟਾ ਵਾਸੀਆਂ ਦੇ ਵਾਸਤੇ ਮੁਫਤ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਮਾਸਕ ਪਹੁੰਚਾਉਣ ਦੇ ਲਈ ਇੱਕ ਕੋਸ਼ਿਸ਼ ਕੀਤੀ ਗਈ, ਜਿਸ ਦੇ ਵਿੱਚ 20 ਮਿਲੀਅਨ ਮਾਸਕ 600 ਤੋਂ ਜ਼ਿਆਦਾ ਵੱਖੋ ਵੱਖਰੇ ਟਿਮ ਹਾਰਟਨਸ, A&W ਤੇ ਮੈਕਡੋਨਲਡਸ ਦੀਆਂ ਲੋਕੇਸ਼ਨਸ ਦੇ ਉੱਤੇ ਭੇਜੇ ਗਏ।
ਜਿਸ ਤੋਂ ਬਾਅਦ ਡਰਾਈਵ ਥਰੂ ਜਿਹੜੇ ਵੀ ਵਿਅਕਤੀ ਉੱਥੇ ਤੋਂ ਕੌਫੀ ਜਾਂ ਹੋਰ ਫੂਡ ਲੈਣ ਆਉਂਦੇ ਹਨ ਉਹਨਾਂ ਨੂੰ ਮੁਫਤ ਦੇ ਵਿੱਚ ਮਾਸਕ ਦਿੱਤੇ ਜਾ ਰਹੇ ਨੇ। ਹੁਣ ਇੱਥੇ ਲੋਕਾਂ ਦੇ ਵੱਲੋਂ ਟਵੀਟ ਕਰਕੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਨੇ ਕਿ ਡਰਾਈਵ ਥਰੂ ਉਹਨਾਂ ਨੂੰ ਜੋ ਮਾਸਕ ਦਿੱਤੇ ਜਾ ਰਹੇ ਨੇ ਉਸ ਦੇ ਵਿੱਚ 10-10 ਮਾਸਕ ਦੇ ਪੈਕੇਟ ਦਿੱਤੇ ਜਾ ਰਹੇ ਨੇ, ਜਿਸ ਦੇ ਵਿੱਚ ਕਈਆਂ ਨੂੰ 40 ਮਾਸਕ ਇੱਕੋ ਵਾਰ ਜਾਂ ਫਿਰ ਇਸ ਤੋਂ ਜ਼ਿਆਦਾ ਜਾਂ ਫਿਰ 12-12 ਮਾਸਕ ਮਿਲੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਟੈਕਸਪੇਅਰਸ ਦੇ ਪੈਸੇ ਦੀ ਇਹ ਦੁਰਵਰਤੋਂ ਹੋ ਰਹੀ ਹੈ ਕਿ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਇੱਕ ਵਾਹਨ ਦੇ ਵਿੱਚ ਮੌਜੂਦ ਵਿਅਕਤੀ ਨੂੰ ਮਾਸਕ ਦਿੱਤੇ ਜਾ ਰਹੇ ਨੇ। ਇੱਥੇ ਜ਼ਿਕਰਯੋਗ ਹੈ ਕਿ ਅਲਬਰਟਾ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਪਰਿਵਾਰਕ ਮੈਂਬਰ ਆਪਣੇ ਹੋਰ ਪਰਿਵਾਰਕ ਮੈਂਬਰਾਂ ਵਾਸਤੇ, ਆਪਣੇ ਦੋਸਤਾਂ ਵਾਸਤੇ ਤੇ ਆਪਣੇ ਗੁਆਂਢੀਆਂ ਦੇ ਵਾਸਤੇ ਵੀ ਮਾਸਕ ਲੈ ਲੈਣ ਮੁਫਤ ਦੇ ਵਿੱਚ ਜਿੱਥੇ ਉਹਨਾਂ ਨੂੰ ਮਿਲਦੇ ਨੇ, ਜਿਸ ਦੇ ਪਿੱਛੇ ਹੀ ਇਹ ਕਾਰਨ ਮੰਨਿਆ ਜਾ ਰਿਹਾ ਹੈ ਕਿ ਵੱਖੋ ਵੱਖਰੀਆਂ ਲੋਕੇਸ਼ਨਸ ਤੋਂ ਜੋ ਡਰਾਈਵ ਥਰੂ ਫੂਡ ਲਿਆ ਜਾਂਦਾ ਹੈ ਉੱਥੇ ਇੰਨੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਮਾਸਕ ਦਿੱਤੇ ਜਾ ਰਹੇ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਅੱਗੇ ਪਹੁੰਚਾਏ ਜਾ ਸਕਣ। ਇਸ ਨਾਲ ਹੀ ਅਲਬਰਟਾ ਸਰਕਾਰ ਨੇ ਵੀ ਕਿਹਾ ਸੀ ਕਿ 211 ਤੇ ਫੋਨ ਕਰਕੇ ਵੀ ਮਦਦ ਲਈ ਜਾ ਸਕਦੀ ਹੈ। ਪਰ ਦੂਜੇ ਪਾਸੇ ਲੋਕਾਂ ਦੇ ਵੱਲੋਂ ਇਸ ਦੀ ਨਿਖੇਧੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਉਹਨਾਂ ਕਿਹਾ ਕਿ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਮਾਸਕ ਉਹ ਕਿੱਥੇ ਵੰਡਣ ਉਹਨਾਂ ਨੂੰ ਸਮਝ ਨਹੀਂ ਆਉਂਦੀ, ਜਾਂ ਫਿਰ ਕਈਆਂ ਵੱਲੋਂ ਕਿਹਾ ਗਿਆ ਕਿ ਉਹ ਅੱਗੇ ਤੋਂ ਅੱਗੇ ਜਿੰਨੇ ਜ਼ਿਆਦਾ ਲੋਕਾਂ ਨੂੰ ਹੋ ਸਕਦਾ ਵੰਡ ਦੇਣਗੇ, ਪਰ ਇਸ ਦੇ ਪਿੱਛੇ ਕਿਹਾ ਜਾ ਰਿਹਾ ਹੈ ਕਿ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਮਾਸਕ ਨਾ ਦਿੱਤੇ ਜਾਣ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰ ਦੇ ਵੱਲੋਂ ਇਹਨਾਂ ਲੋਕੇਸ਼ਨਸ ਦੇ ਉੱਤੇ ਇਹੋ ਕਿਹਾ ਗਿਆ ਹੈ ਕਿ ਕਿਸੇ ਵੀ ਵਾਹਨ 'ਚ ਮੌਜੂਦ ਵਿਅਕਤੀ ਦੇ ਵੱਲੋਂ ਜਦੋਂ ਮਾਸਕ ਖੁਦ ਵੀ ਮੰਗੇ ਜਾਂਦੇ ਨੇ ਤਾਂ ਜਿੰਨੇ ਜ਼ਿਆਦਾ ਮਾਸਕ ਮੰਗੇ ਜਾਂਦੇ ਨੇ ਦੇ ਦਿੱਤੇ ਜਾਣ। ਇਸ ਦੇ ਵਿੱਚ ਕੋਈ ਵੀ ਸੀਮਾ ਨਹੀਂ ਰੱਖੀ ਗਈ ਹੈ ਕਿ ਇੱਕ ਵਾਹਨ ਦੇ ਵਿੱਚ ਮੌਜੂਦ ਵਿਅਕਤੀ ਨੂੰ ਕਿੰਨੇ ਮਾਸਕ ਮਿਲਣੇ ਨੇ ਜਾਂ ਫਿਰ ਵਾਹਨ 'ਚ ਕਿੰਨੇ ਵਿਅਕਤੀ ਮੌਜੂਦ ਨੇ ਤਾਂ ਉਹਨਾਂ ਨੂੰ ਕਿੰਨੇ ਮਾਸਕ ਦਿੱਤੇ ਜਾਣੇ ਨੇ। ਜਿੰਨੇ ਜ਼ਿਆਦਾ ਹੋ ਸਕਦਾ ਹੈ ਮਾਸਕ ਦਿੱਤੇ ਜਾਣ। ਇਸ ਦੇ ਵਿੱਚ ਇਹ ਹੋ ਰਿਹਾ ਹੈ ਕਿ ਇੱਕੋ ਵਿਅਕਤੀ ਦੇ ਕੋਲ 40-40 ਮਾਸਕ ਪਹੁੰਚ ਰਹੇ ਨੇ। ਇਸ ਦੇ ਨਾਲ ਹੀ ਸਰਕਾਰ ਦੇ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ 20 ਮਿਲੀਅਨ ਮਾਸਕ ਦਾ ਹੋਰ ਸਟਾਕ ਮੌਜੂਦ ਹੈ, ਜਿਸ ਦੇ ਬਾਰੇ ਹਜੇ ਸੋਚਿਆ ਜਾ ਰਿਹਾ ਹੈ ਕਿ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਕਿਸ ਤਰ੍ਹਾਂ ਅੱਗੇ ਵੰਡਿਆ ਜਾਣਾ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੱਕ ਵਾਰ ਇਹ ਵੀ ਅਲਬਰਟਾ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਇੱਕ ਵਿਅਕਤੀ ਕੋਲ 10 ਪੈਕਸ ਦੀ ਲਿਮਿਟ ਹੈ ਕਿ ਉਸ ਨੂੰ 10 ਪੈਕਸ ਤੱਕ ਮਾਸਕ ਦਿੱਤੇ ਜਾ ਸਕਦੇ ਨੇ। ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਦੇ ਵਿੱਚ ਚਾਈਨੀਜ਼ ਪਬਲਿਕ ਸਕੂਲ ਦੀ ਇਮਾਰਤ ਦੇ ਬਾਹਰ ਨਸਲੀ ਟਿੱਪਣੀ ਲਿਖਣ ਦਾ ਮਾਮਲਾ ਸਾਹਮਣੇ ਆਇਆ ਸੀ ਪਿਛਲੇ ਹਫ਼ਤੇ, ਜਿਸ ਤੋਂ ਬਾਅਦ ਹੁਣ ਸਕੂਲ ਦੇ ਵੱਲੋਂ ਉਹਨਾਂ ਵਿਅਕਤੀਆਂ ਦੇ ਵਾਸਤੇ ਜਿਨ੍ਹਾਂ ਦੇ ਵੱਲੋਂ ਅਜਿਹੇ ਸੰਦੇਸ਼ ਲਿਖੇ ਜਾ ਰਹੇ ਨੇ ਇੱਕ ਪਿਆਰ ਭਰਿਆ ਸੰਦੇਸ਼ ਦਿੱਤਾ ਗਿਆ। ਵਿਕਟੋਰੀਆ ਚਾਈਨੀਜ਼ ਪਬਲਿਕ ਸਕੂਲ ਪਿਛਲੇ ਹਫ਼ਤੇ ਸਕੂਲ ਦੀ ਇਮਾਰਤ ਦੇ ਬਾਹਰ ਕਿਸੇ ਦੇ ਵੱਲੋਂ ਨਸਲੀ ਟਿੱਪਣੀ ਕਰਦੇ ਹੋਏ ਸੰਦੇਸ਼ ਲਿਖ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਨੇ ਕਾਫੀ ਜ਼ਿਆਦਾ ਚਿੰਤਾ ਦਾ ਇਸ ਦੇ ਉੱਤੇ ਪ੍ਰਗਟਾਵਾ ਵੀ ਕੀਤਾ ਸੀ ਤੇ ਨਾਲ ਹੀ ਇਹ ਵੀ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਅਜਿਹਾ ਕਦੀ ਵੀ ਨਹੀਂ ਹੋਵੇਗਾ ਕਿ ਇੱਕ ਸਕੂਲ ਦੇ ਉੱਤੇ ਨਸਲੀ ਟਿੱਪਣੀ ਲਿਖੀ ਜਾਵੇ। ਜਿਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਕਿਲੇਸਾ ਵੋਂਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਦੇ ਵੱਲੋਂ ਮੰਗਲਵਾਰ ਦੇ ਦਿਨ ਜਾ ਕੇ ਸਕੂਲ ਦੇ ਗੇਟ ਦੇ ਉੱਤੇ ਦਿਲ ਦੇ ਆਕਾਰ ਵਿੱਚ ਕੱਟ ਕੇ ਵੱਖੋ ਵੱਖਰੇ ਰੰਗਾਂ ਦੇ ਕਾਗਜ਼ ਲਗਾਏ ਗਏ, ਜਿਸ ਦੇ ਉੱਤੇ ਅਜਿਹੇ ਸੰਦੇਸ਼ ਲਿਖੇ ਗਏ ਨੇ ਜਿਸ ਦੇ ਨਾਲ ਪਿਆਰ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਜੇਕਰ ਕੋਈ ਨਸਲੀ ਟਿੱਪਣੀ ਕਰਨ ਵਾਸਤੇ ਜਾਂ ਫਿਰ ਨਸਲੀ ਹਮਲਾ ਕਰਨ ਵਾਸਤੇ ਕੋਈ ਮਨ 'ਚ ਨਫ਼ਰਤ ਲੈ ਕੇ ਆਉਂਦਾ ਵੀ ਹੈ ਤਾਂ ਉਸ ਨੂੰ ਅੱਗੇ ਤੋਂ ਅਜਿਹੇ ਪਿਆਰ ਦੇ ਸੰਦੇਸ਼ ਮਿਲਣ ਕਿ ਉਸ ਦਾ ਮਨ ਬਦਲ ਜਾਵੇ ਤੇ ਉਸ ਨੂੰ ਪਤਾ ਲੱਗੇ ਕਿ ਨਸਲੀ ਟਿੱਪਣੀਆਂ ਤੇ ਨਸਲੀ ਹਮਲੇ ਬੇहद ਗਲਤ ਨੇ ਤੇ ਪਿਆਰ ਦੀ ਤੇ ਮਨੁੱਖਤਾ ਦੀ ਭਾਵਨਾ ਦੇ ਨਾਲ ਹੀ ਜਿਉਣਾ ਸਹੀ ਹੈ। ਇਸ ਸੰਬੰਧੀ ਵੱਖੋ ਵੱਖਰੇ ਤਰ੍ਹਾਂ ਦੇ ਸੰਦੇਸ਼ ਗੇਟ ਦੇ ਉੱਤੇ ਲਿਖੇ ਗਏ ਨੇ, ਜਿਸ ਤੋਂ ਬਾਅਦ ਵਿਕਟੋਰੀਆ ਦੇ ਮੇਅਰ ਲੀਜ਼ਾ ਦੇ ਵੱਲੋਂ ਵੀ ਟਵਿੱਟਰ ਦੇ ਉੱਤੇ ਸੰਦੇਸ਼ ਜਾਰੀ ਕੀਤਾ ਗਿਆ, ਜਿਨ੍ਹਾਂ ਕਿਹਾ ਕਿ ਸਕੂਲ ਦੇ ਉੱਤੇ ਨਸਲੀ ਟਿੱਪਣੀ ਕੀਤੇ ਜਾਣ ਤੋਂ ਬਾਅਦ ਚਾਈਨੀਜ਼ ਪਬਲਿਕ ਸਕੂਲ ਨੇ ਜੋ ਸੰਦੇਸ਼ ਪਿਆਰ ਦੇ ਲਿਖੇ ਨੇ ਇਹੋ ਵਿਕਟੋਰੀਆ ਹੈ ਜਿਸ ਨੂੰ ਉਹ ਪਿਆਰ ਕਰਦੇ ਨੇ, ਜਿਸ ਦੇ ਵੱਲੋਂ ਇੱਕ ਚੰਗਾ ਸੰਦੇਸ਼ ਦਿੱਤਾ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਵਿਕਟੋਰੀਆ ਵਿੱਚ ਨਸਲੀ ਟਿੱਪਣੀਆਂ ਜਾਂ ਨਸਲੀ ਹਮਲਿਆਂ ਦੀ ਕੋਈ ਥਾਂ ਨਹੀਂ ਹੈ। ਹੁਣ ਖਬਰ ਓਨਟਾਰੀਓ ਦੇ ਲੰਡਨ ਤੋਂ। ਲੰਡਨ ਦੇ ਵਿੱਚ ਕੱਲ ਸ਼ਾਮ 2 ਟੋਰਨੇਡੋ ਯਾਨੀ ਕਿ ਚੱਕਰਵਰਤੀ ਤੂਫਾਨ ਆਏ ਨੇ ਤੇ ਇਹਨਾਂ ਚੱਕਰਵਰਤੀ ਤੂਫਾਨਾਂ ਦੇ ਦੌਰਾਨ ਕੀ ਹੋਇਆ ਨੁਕਸਾਨ ਤੇ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਦਿਖਾਉਂਦੇ ਹਾਂ। ਓਨਟਾਰੀਓ ਦੇ ਲੰਡਨ ਵਿੱਚ ਕੱਲ ਰਾਤ 2 ਵੱਖੋ ਵੱਖਰੇ ਟੋਰਨੇਡੋ ਯਾਨੀ ਕਿ ਚੱਕਰਵਰਤੀ ਤੂਫਾਨ ਆਉਣ ਦੇ ਬਾਰੇ ਇਨਵਾਇਰਨਮੈਂਟ ਕੈਨੇਡਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਕੈਨੇਡਾ ਦੇ ਵਾਤਾਵਰਣ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾ ਟੋਰਨੇਡੋ ਯਾਨੀ ਕਿ ਪਹਿਲਾ ਚੱਕਰਵਰਤੀ ਤੂਫਾਨ ਗਲੈਂਕੋ ਖੇਤਰ ਦੇ ਵਿੱਚ ਸਾਊਥ ਵੈਸਟ ਲੰਡਨ ਦੇ ਵਿੱਚ 7:55 ਦੇ ਉੱਤੇ ਦੇਖਿਆ ਗਿਆ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਇਸ ਤੋਂ ਬਾਅਦ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਸ ਦੇ ਕਰਕੇ ਕਾਫੀ ਦਰਖਤ ਵੀ ਹੇਠਾਂ ਡਿੱਗ ਗਏ ਤੇ ਹੋਰ ਵੀ ਕਾਫੀ ਨੁਕਸਾਨ ਹੋਇਆ ਹੈ।
ਜਿਸ ਤੋਂ ਬਾਅਦ 8:30 ਵਜੇ ਵਾਤਾਵਰਣ ਵਿਭਾਗ ਨੂੰ ਇੱਕ ਹੋਰ ਵੱਖਰੇ ਟੋਰਨੇਡੋ ਯਾਨੀ ਕਿ ਚੱਕਰਵਰਤੀ ਤੂਫਾਨ ਦੇ ਬਾਰੇ ਜਾਣਕਾਰੀ ਮਿਲੀ ਜੋ ਕਿ ਬੈਲਮੌਂਟ ਖੇਤਰ ਦੇ ਵਿੱਚ ਆਇਆ ਸੀ। ਇਸ ਦੌਰਾਨ ਬਿਜਲੀ ਦੇ ਕਈ ਖੰਭੇ ਵੀ ਡਿੱਗ ਗਏ ਤੇ ਕਈ ਦਰਖਤ ਡਿੱਗ ਗਏ। ਇਸ ਤੋਂ ਬਾਅਦ ਅਧਿਕਾਰੀਆਂ ਨੇ ਲੰਡਨ ਦੇ ਵਿੱਚ 8:46 ਦੇ ਉੱਤੇ ਇੱਕ ਚੇਤਾਵਨੀ ਵੀ ਹੋਰ ਟੋਰਨੇਡੋ ਦੇ ਬਾਰੇ ਜਾਰੀ ਕਰ ਦਿੱਤੀ ਸੀ, ਪਰ ਉਸ ਨੂੰ ਪੂਰੇ 7 ਮਿੰਟ ਬਾਅਦ ਰੱਦ ਕਰ ਦਿੱਤਾ ਗਿਆ। ਹੁਣ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਪੂਰਾ ਸਰਵੇਖਣ ਕੀਤਾ ਜਾ ਰਿਹਾ ਹੈ ਕਿ ਇਸ ਤੂਫਾਨ ਦੇ ਕਰਕੇ ਆਖਿਰ ਕਿੰਨਾ ਨੁਕਸਾਨ ਹੋਇਆ ਹੈ ਤੇ ਇਸ ਦੇ ਉੱਤੇ ਅੱਗੇ ਹੋਰ ਕੀ ਕਦਮ ਚੁੱਕੇ ਜਾਣੇ ਨੇ। ਅਗਲੀ ਖਬਰ ਹੈ ਸਰੀ ਤੋਂ। ਸਰੀ RCMP ਨੇ ਜਾਣਕਾਰੀ ਜਾਰੀ ਕੀਤੀ ਹੈ ਕਿ 3 ਵਿਅਕਤੀਆਂ ਦੇ ਉੱਤੇ ਮਾਮਲੇ ਦਰਜ ਉਹਨਾਂ ਨੇ ਕੀਤੇ ਨੇ, ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਚਿੱਠੀਆਂ ਚੋਰੀ ਤਾਂ ਕਰਦੇ ਹੀ ਸੀ, ਉਹ ਸਗੋਂ ਜਾਲੀ ਕ੍ਰੈਡਿਟ ਕਾਰਡ ਤੇ ਚੈੱਕ ਬਣਾਉਣ ਦਾ ਕੰਮ ਵੀ ਕਰਦੇ ਸੀ। ਮੇਲਬਾਕਸ ਜਾਂ ਹੋਰ ਥਾਵਾਂ ਤੋਂ ਚਿੱਠੀਆਂ ਦੇ ਚੋਰੀ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਨੇ। ਇਸ ਸੰਬੰਧੀ ਸਰੀ RCMP ਨੇ ਜਾਣਕਾਰੀ ਜਾਰੀ ਕੀਤੀ ਹੈ ਕਿ ਉਹਨਾਂ ਨੇ 3 ਵਿਅਕਤੀਆਂ ਦੇ ਉੱਤੇ ਮਾਮਲੇ ਦਰਜ ਕੀਤੇ ਨੇ, ਜਿਸ ਸੰਬੰਧੀ ਸਰੀ RCMP ਪ੍ਰਾਪਰਟੀ ਕ੍ਰਾਈਮ ਟਾਰਗੇਟ ਟੀਮ ਦੇ ਵੱਲੋਂ ਜਨਵਰੀ 27 ਨੂੰ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਦੇ ਵਿੱਚ ਚਿੱਠੀਆਂ ਦੀ ਚੋਰੀ ਤੇ ਹੀ ਮੁੱਖ ਤੌਰ ਦੇ ਉੱਤੇ ਇਸ ਜਾਂਚ ਨੂੰ ਆਰੰਭਿਆ ਗਿਆ, ਜਿਸ ਤੋਂ ਬਾਅਦ ਵੱਖੋ-ਵੱਖਰੀਆਂ ਥਾਵਾਂ ਤੋਂ ਇਸ ਸੰਬੰਧੀ ਪੁਲਿਸ ਨੂੰ ਸਬੂਤ ਵੀ ਮਿਲੇ ਤੇ ਅੱਗੇ ਜਾਂਚ ਕੀਤੀ ਗਈ, ਜਿਸ ਦੇ ਨਾਲ ਪੁਲਿਸ ਨੂੰ ਮਿਲਿਆ ਕਿ ਡੈਲਟਾ ਤੇ ਬਰਨਬੀ ਵਿੱਚ 3 ਥਾਵਾਂ ਦੇ ਪਛਾਣ ਉਹਨਾਂ ਨੇ ਕੀਤੀ ਤੇ ਫਰਵਰੀ 25 ਨੂੰ ਉੱਥੇ ਛਾਪੇਮਾਰੀ ਕੀਤੀ, ਜਿੱਥੇ ਕਿ ਸਰਚ ਵਾਰੰਟ ਤੋਂ ਬਾਅਦ ਜਦੋਂ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ ਤਾਂ ਉਹਨਾਂ 3 ਥਾਵਾਂ ਤੋਂ ਚੋਰੀ ਕੀਤੀਆਂ ਹੋਈਆਂ ਚਿੱਠੀਆਂ ਤੇ ਨਾਲ ਹੀ ਅਜਿਹੇ ਯੰਤਰ ਮਿਲੇ ਜਿਨ੍ਹਾਂ ਦੇ ਨਾਲ ਜਾਲੀ ਚੈੱਕ ਤੇ ਜਾਲੀ ਕ੍ਰੈਡਿਟ ਕਾਰਡ ਬਣਾਏ ਜਾ ਰਹੇ ਸਨ। ਮਈ 21, 2020 ਨੂੰ ਪੁਲਿਸ ਦੇ ਵੱਲੋਂ 3 ਵਿਅਕਤੀਆਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਦੇ ਨਾਮ ਦੱਸੇ ਗਏ ਨੇ ਉਹਨਾਂ ਵੱਲੋਂ। ਇੱਕ ਦਾ ਨਾਮ ਕੋਡੀ ਹੈ, ਇੱਕ ਦਾ ਨਾਮ ਜੁਨੈਤਾ ਮੈਕਨੀਲ ਤੇ ਇੱਕ ਦਾ ਨਾਮ ਨੀਲ ਮੈਕਰੇ ਹੈ, ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਕਰਨ ਦੇ ਸੰਬੰਧੀ ਵੱਖੋ-ਵੱਖਰੀਆਂ ਧਾਰਾਵਾਂ ਲਗਾਈਆਂ ਗਈਆਂ ਨੇ। ਚਿੱਠੀਆਂ ਚੋਰੀ ਕਰਨ, ID ਕਾਰਡ ਚੋਰੀ ਕਰਨ ਤੇ ਨਾਲ ਹੀ ਜਾਲੀ ਡਾਕੂਮੈਂਟ ਤਿਆਰ ਕਰਨ ਸੰਬੰਧੀ ਮਾਮਲੇ ਦਰਜ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਵਸਨੀਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹਨਾਂ ਨੂੰ ਆਪਣੇ ਆਲੇ ਦੁਆਲੇ ਅਜਿਹਾ ਕੋਈ ਵੀ ਸ਼ੱਕੀ ਮਾਮਲਾ ਜਾਪਦਾ ਹੈ ਤਾਂ ਉਹ ਸ਼ਿਕਾਇਤ ਪੁਲਿਸ ਨੂੰ ਜ਼ਰੂਰ ਕਰਨ ਤੇ ਨਾਲ ਹੀ ਜੇਕਰ ਕਿਸੇ ਦੀ ਕੋਈ ਚਿੱਠੀ ਚੋਰੀ ਹੁੰਦੀ ਹੈ ਤਾਂ ਉਸ ਦੇ ਬਾਰੇ ਵੀ ਸ਼ਿਕਾਇਤ ਜ਼ਰੂਰ ਕੀਤੀ ਜਾਵੇ ਤਾਂ ਕਿ ਪੁਲਿਸ ਕੋਲ ਖਬਰ ਰਹੇ ਕਿ ਕਿਹੜੀ ਥਾਂ ਦੇ ਉੱਤੇ ਅਜਿਹੀ ਚੋਰੀ ਹੋ ਰਹੀ ਹੈ। ਤੇ ਸਰੀ RCMP ਦੇ ਨਾਲ 604 5990 502 ਤੇ ਸੰਪਰਕ ਕੀਤਾ ਜਾ ਸਕਦਾ ਹੈ। ਆਪਣੀ ਪਛਾਣ ਨਾ ਦੱਸਦੇ ਹੋਏ ਜੇਕਰ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਕ੍ਰਾਈਮ ਸਟਾਪਰਸ ਦੇ ਨਾਲ 1800 222 84 77 ਦੇ ਉੱਤੇ ਸਿੱਧਾ ਸੰਪਰਕ ਕਰ ਸਕਦੇ ਹੋ। ਜਸਟਿਨ ਟਰੂਡੋ ਦੀ ਪਾਰਟੀ ਦੇ ਵੱਲੋਂ CERB ਨੂੰ ਲੈ ਕੇ ਬਿੱਲ ਪੇਸ਼ ਕੀਤੇ ਜਾਣ ਦੀ ਗੱਲ ਕੀਤੀ ਗਈ। ਪਾਰਲੀਮੈਂਟ 'ਚ ਉਸ ਬਿੱਲ ਨੂੰ ਪੇਸ਼ ਕੀਤਾ ਤਾਂ ਗਿਆ ਪਰ ਪਾਸ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਵਿਰੋਧੀ ਧਿਰਾਂ ਨੇ ਇਸ ਦੇ ਲਈ ਸਮਰਥਨ ਨਹੀਂ ਦਿੱਤਾ ਤੇ ਇਸ ਦੇ ਨਾਲ ਹੀ ਜੋ ਡਿਸੇਬਲ ਕੈਨੇਡੀਅਨ ਨੇ ਉਹਨਾਂ ਦੀ ਮਦਦ ਦੇ ਵਾਸਤੇ ਵੀ ਬਿੱਲ ਨੂੰ ਜਸਟਿਨ ਟਰੂਡੋ ਦੀ ਪਾਰਟੀ ਵੱਲੋਂ ਪੇਸ਼ ਕੀਤਾ ਗਿਆ ਸੀ, ਪਰ ਉਸ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਵੱਲੋਂ ਸਵਾਲ ਇਹ ਚੁੱਕੇ ਜਾ ਰਹੇ ਨੇ ਕਿ ਜਿੰਨੇ ਵੀ ਡਿਸੇਬਲ ਵਿਅਕਤੀ ਨੇ ਮਦਦ ਉਹਨਾਂ ਸਾਰਿਆਂ ਨੂੰ ਹੀ ਮਿਲਣੀ ਚਾਹੀਦੀ ਹੈ, ਫਿਰ ਇਸ ਦੇ ਵਿੱਚ ਕੁਝ ਚੁਣਿੰਦਿਆਂ ਨੂੰ ਕਿਉਂ ਮਿਲ ਰਹੀ ਹੈ, ਇਸ ਦੇ ਵਿੱਚ ਯੋਗਤਾ ਕਿਉਂ ਰੱਖੀ ਗਈ ਹੈ ਤਾਂ ਕਿ ਕੁੱਲ ਜਿਹੜੇ ਵਿਅਕਤੀ ਨੇ ਜੋ ਡਿਸੇਬਲ ਨੇ ਉਹ ਸਾਰੇ ਹੀ ਮਦਦ ਦੇ ਹੱਕਦਾਰ ਨੇ, ਉਹਨਾਂ ਨੂੰ ਮਦਦ ਮਿਲੇ। ਤੇ ਇਸ ਸੰਬੰਧੀ ਜਗਮੀਤ ਸਿੰਘ ਦੇ ਵੱਲੋਂ ਅੱਜ ਪਾਰਲੀਮੈਂਟ ਦੇ ਵਿੱਚ ਸਵਾਲ ਵੀ ਪੁੱਛਿਆ ਗਿਆ, ਜਿਸ ਦਾ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਜਵਾਬ ਦਿੱਤਾ। The problem with the Liberal plan is it completely misses 60% of Canadians who live with a disability. Now, any help will do, but will the Liberal government consider a plan that helps those who are most vulnerable as well? Because those who are being missed by the Liberal plan are those who are amongst the poorest. Will the Liberals propose a plan that helps all Canadians living with a disability? Honourable Deputy Prime Minister. Thank you, Mr. Speaker, and I would like to thank the member opposite for his really important question because it highlights what, when you set aside the sound and fury of politics and of parliamentary debate, the most important issue at stake this week, and that is, will we together support Canadians with disabilities or not? Our government wants to do that. We put forward a plan to do it, up to $600. ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।